ਗੁਰ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਖੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਗੁਰ ਰਾਮਦਾਸ ਗੁਣ ਗਾਵੋ ਗੁਰ ਅਰਜੁਨ ਬਿਖਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਗੁਰ ਹਰਿ ਗੋਬਿੰਦ ਸੋਭ ਸੋ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹਾਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਪਰਮ ਸਨਮਾਨਯੋਗ ਹਾਜ਼ਰਾ ਹਜੂਰ ਜ਼ਾਹਰਾ ਜ਼ਹੂਰ ਵਾਲੀ ਕੁਲ ਆਲਮ ਪਤਿਤ ਪਾਵਨ ਭਗਤ ਵਛਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹਨਾਂ ਦੀ ਮੁਕੱਦਸ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੇ ਹਾਂ ਜੋ ਸੰਧਿਆ ਦੇ ਦੀਵਾਨਾਂ ਦੇ ਸਮੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹਨਾਂ ਦੇ ਮੁਕੱਦਸ ਸਥਾਨ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵਿਖੇ ਜੁੜ ਬੈਠੇ ਹਨ। ਜੋ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਦੇ ਅਨੁਸਾਰ ਬਾਬੇ ਭੀਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਨਾ ਧਰਤ ਲੁਕਾਈ, ਚੜਿਆ ਸੋਧਨਾ ਧਰਤ ਲੁਕਾਈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੀਆਂ ਜੋ ਚਾਰ ਉਦਾਸੀਆਂ, ਉਹਨਾਂ ਦਾ ਸਾਧ ਸੰਗਤ ਜੀ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਚੱਲ ਰਹੀ ਲੜੀਵਾਰ ਕਥਾ ਦੇ ਅਨੁਸਾਰ ਕੱਲ ਆਪਾਂ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕੱਲ ਤਿੰਨਾਂ ਖੰਡਾਂ ਦੇ ਵਿੱਚ ਪਹੁੰਚੇ ਨੇ। ਪਹਿਲਾ ਖੰਡ ਜਿਹੜਾ ਉਹ ਹੈਗਾ ਕਿੰਪੁਰਖ ਖੰਡ, ਜਿੱਥੇ ਗੋਰਖਨਾਥ ਨਾਂ ਦਾ ਇੱਕ ਜੋਗੀ ਰਹਿੰਦਾ ਏ ਤੇ ਉਹਦੀ ਸਿੱਖਿਆ ਤੇ ਲੋਕ ਚੱਲਦੇ ਨੇ ਤੇ ਪਹਾੜਾਂ ਉੱਪਰ ਬੈਠ ਕਰਕੇ ਚੰਗਾ ਯੋਗ ਸਾਧਨ ਕਰਦੇ ਨੇ ਤੇ ਮੰਨਦੇ ਨੇ ਕਿ ਇਸ ਯੋਗ ਦੇ ਨਾਲ ਸਾਡਾ ਜਿਹੜਾ ਸਰੀਰ ਤੇ ਆਉਣ ਵਾਲਾ ਬੁਢਾਪਾ ਹੈ ਉਹ ਦੂਰ ਹੁੰਦਾ ਹੈ।
ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਉਧਾਰ ਕਰਨ ਲਈ ਉਹਨਾਂ ਦੇ ਪਾਸ ਜਾਂਦੇ ਨੇ, ਆਪਣਾ ਬਚਨ ਉਹਨਾਂ ਦੇ ਸਨਮੁਖ ਰੱਖਦੇ ਨੇ ਤੇ ਸਾਧ ਸੰਗਤ ਜੀ ਉਹ ਉਹਨਾਂ ਯੋਗ ਸਾਧਨਾਵਾਂ ਨੂੰ ਛੱਡ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਮੰਨ ਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿੱਖ ਬਣਦੇ ਨੇ। ਦੂਸਰਾ ਖੰਡ ਹੈ ਹਰ ਵਰਖ ਖੰਡ, ਜਿੱਥੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਨੇ, ਉੱਥੇ ਉਹਨੇ ਇੱਕ ਰਾਜੇ ਦੀ ਜਿਹੜੀ ਪਰਖ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੀਤੀ ਹੈ। ਕੀ ਹੋਇਆ ਏ ਕਿ ਉਹ ਰਾਜਾ ਜਿਹੜਾ ਬਹੁਤ ਸੰਤਾਂ ਦੀ ਸੇਵਾ ਕਰਦਾ ਸੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਦੀ ਪਰਖ ਕਰਨ ਲਈ ਭਾਈ ਬਾਲਾ ਜੀ ਨੂੰ ਸ਼ੇਰ ਬਣਾ ਦਿੱਤਾ ਏ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਰਾਜੇ ਨੂੰ ਬਚਨ ਕੀਤੇ ਨੇ ਕਿ ਇਹ ਜਿਹੜਾ ਸਾਡਾ ਸ਼ੇਰ ਹੈ ਇਹ ਮਾਸ ਖਾਂਦਾ ਏ, ਖਾਂਦਾ ਵੀ ਕੇਵਲ ਰਾਜਿਆਂ ਦੇ ਪੁੱਤਰ ਦਾ ਏ। ਰਾਜੇ ਨੇ ਭਾਣਾ ਮੰਨਿਆ ਏ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਪ੍ਰਸੰਨ ਚਿੱਤ ਕਰਨ ਲਈ ਸਾਧ ਸੰਗਤ ਜੀ ਆਪਣੇ ਪੁੱਤਰ ਨੂੰ ਮਹਿਲਾਂ ਦੇ ਵਿੱਚੋਂ ਲਿਆਇਆ ਏ ਤੇ ਉਸ ਸ਼ੇਰ ਦੇ ਅੱਗੇ ਲਿਆ ਕਰਕੇ ਖੜਾ ਕਰ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਉਹਦੀ ਪ੍ਰੀਖਿਆ ਤੇ ਖੁਸ਼ ਹੋਏ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨੂੰ ਆਪਣੀ ਸਿੱਖੀ ਬਖਸ਼ ਕੇ ਅੱਗੇ ਗਏ ਨੇ। ਸਾਧ ਸੰਗਤ ਜੀ ਹੁਣ ਅੱਗੇ ਜਿਹੜੇ ਖੰਡ ਦੇ ਵਿੱਚ ਪਹੁੰਚੇ ਨੇ, ਉਸ ਖੰਡ ਦੇ ਵਿੱਚ ਲੋਕਾਂ ਦਾ ਸੁਭਾਅ ਕੀ ਬਣਿਆ ਹੋਇਆ ਸੀ ਕਿ ਜਦੋਂ ਉੱਥੇ ਕੋਈ ਵਿਅਕਤੀ ਜੰਮਦਾ ਸੀ ਤਾਂ ਉਹ ਖੁਸ਼ੀ ਦੀ ਬਜਾਏ ਵਿਰਲਾਪ ਕਰਦੇ ਸਨ ਉੱਚੀ ਉੱਚੀ, ਤੇ ਜਦੋਂ ਕਿਸੇ ਦੀ ਮੌਤ ਹੁੰਦੀ ਸੀ ਤਾਂ ਉਹ ਲੋਕ ਖੁਸ਼ੀਆਂ ਮਨਾਉਂਦੇ ਸਨ। ਤੇ ਭਾਈ ਮਰਦਾਨਾ ਜੀ ਨੇ ਪੁੱਛਿਆ ਕਿ ਜਦੋਂ ਖੁਸ਼ੀਆਂ ਦੇ ਕਾਰਜ ਹੁੰਦੇ ਨੇ ਇਹ ਵਿਰਲਾਪ ਕਰਦੇ ਨੇ, ਤੇ ਜਦੋਂ ਵਿਰਲਾਪ ਵਾਲਾ ਸਮਾਂ ਹੁੰਦਾ ਹੈ ਤੇ ਇਹ ਖੁਸ਼ੀਆਂ ਮਨਾਉਂਦੇ ਨੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਇਹ ਅਜਿਹਾ ਇਸ ਲਈ ਕਰਦੇ ਨੇ ਕਿਉਂਕਿ ਇਹਨਾਂ ਦੇ ਹਿਰਦੇ ਦੇ ਵਿੱਚ ਗਿਆਨ ਨਹੀਂ, ਅਗਿਆਨਤਾ ਦੀ ਭਾਵਨਾ ਹੈ। ਤੇ ਫਿਰ ਭਾਈ ਮਰਦਾਨਾ ਜੀ ਦੇ ਬਚਨ ਮੰਨ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੱਲ ਉਹਨਾਂ ਲੋਕਾਂ ਦੇ ਕੋਲੋਂ ਪੁੱਛਣਾ ਕੀਤਾ ਏ ਕਿ ਤੁਸੀਂ ਅਜਿਹਾ ਕਾਰਜ ਕਿਉਂ ਕਰਦੇ ਹੋ। ਤੇ ਉਹਨਾਂ ਰਾਜਿਆਂ ਨੇ ਬਚਨ ਕੀਤਾ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਏ ਅਸੀਂ ਮੰਨਦੇ ਹਾਂ ਕਿ ਉਹ ਪਰਮਾਤਮਾ ਤੋਂ ਵਿਛੜਦਾ ਏ ਤੇ ਇਸ ਧਰਤੀ ਤੇ ਆਉਂਦਾ ਏ, ਤਾਂ ਕਰਕੇ ਅਸੀਂ ਇਹ ਵਿਰਲਾਪ ਕਰਦੇ ਹਾਂ। ਤੇ ਜਦੋਂ ਵਿਅਕਤੀ ਮਰਦਾ ਹੈ ਤੇ ਅਸੀਂ ਮੰਨਦੇ ਹਾਂ ਕਿ ਉਹ ਵਿਅਕਤੀ ਪਰਮਾਤਮਾ ਦੀ ਜੋਤ ਦੇ ਨਾਲ ਇੱਕ ਸੁਰ ਹੋ ਗਿਆ, ਜਿਸ ਕਾਰਨ ਅਸੀਂ ਖੁਸ਼ੀ ਮਨਾਉਂਦੇ ਹਾਂ। ਇੱਥੋਂ ਤੱਕ ਕੱਲ ਸਾਧ ਸੰਗਤ ਜੀ ਆਪਾਂ ਸਰਵਣ ਕੀਤਾ ਸੀ। ਆਓ ਅੱਗੇ ਸੁਰਤੀਆਂ ਬਿਰਤੀਆਂ ਨੂੰ ਕਰੀਏ ਇਕਾਗਰ ਚਿੱਤ, ਨਿਮਰਤਾ ਦੇ ਘਰ ਦੇ ਵਿੱਚ ਆਈਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਝੁਕਾਈਏ ਸੀਸ, ਰਸਨਾ ਨੂੰ ਕਰੀਏ ਪਵਿੱਤਰ, ਬੁਲਾਈਏ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਰਮੇਸ਼ੁਰ ਕੋ ਮਿਲਨ ਜੋ ਮਹਾ ਬਿਕਮ ਪਹਿਚਾਨ, ਬਿਨ ਸਤ ਸੰਗਤ ਭਗਤ ਤੇ ਜਾਨ ਉਪਾਵਨ ਆਨ। ਪਰਮੇਸ਼ਰ ਕੋ ਮਿਲਨ ਜੋ ਮਹਾ ਬਿਕਮ ਪਹਿਚਾਨ। ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਲੋਕਾਂ ਦੇ ਕੋਲ ਬੈਠੇ ਹੋਏ ਨੇ, ਵਿਚਾਰ ਵਟਾਂਦਰਾ ਚੱਲ ਰਿਹਾ ਹੈ। ਹੁਣ ਗੱਲ ਚੱਲੀ ਹੈ ਕਿ ਪਰਮਾਤਮਾ ਨੂੰ ਪਾਇਆ ਕਿਸ ਤਰ੍ਹਾਂ ਜਾ ਸਕਦਾ ਹੈ, ਪਰਮਾਤਮਾ ਦਾ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ, ਪਰਮਾਤਮਾ ਦੇ ਨਾਲ ਪਹੁੰਚਿਆ ਕਿਸ ਤਰ੍ਹਾਂ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਲੋਕਾਂ ਨੂੰ ਸਮਝਾ ਰਹੇ ਨੇ
ਕਿ ਜਿਹੜਾ ਪਰਮਾਤਮਾ ਨੂੰ ਮਿਲਣ ਦਾ ਰਸਤਾ ਏ, ਪਰਮਾਤਮਾ ਦੇ ਨਾਲ ਮਿਲਾਪ ਦਾ ਸਾਧਨ ਹੈ, ਉਹ ਬਹੁਤ ਕਠਿਨ ਹੈ, ਬਹੁਤ ਔਖਾ ਏ, ਕੋਈ ਸੌਖਾ ਤਰੀਕਾ ਨਹੀਂ ਜਿਹਦੇ ਨਾਲ ਪਰਮਾਤਮਾ ਨੂੰ ਪਾਇਆ ਜਾ ਸਕੇ। ਪਾਇਆ ਕਿਸ ਤਰ੍ਹਾਂ ਜਾ ਸਕਦਾ ਹੈ? ਅਗਲੀ ਤੁਕ ਦੇ ਵਿੱਚ ਦੱਸਦੇ ਨੇ, ਬਿਨ ਸਤ ਸੰਗਤ ਭਗਤ ਤੇ ਜਾਨ ਉਪਾਵਨ ਆਨ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਇੱਕੋ ਇੱਕ ਰਸਤਾ ਹੈ, ਬਿਨਾ ਸਤ ਸੰਗਤ ਕੀਤੇ ਤੋਂ ਬਗੈਰ, ਬਿਨਾ ਭਗਤੀ ਕੀਤੇ ਤੋਂ ਬਗੈਰ ਜਿੰਨੇ ਮਰਜੀ ਕਰਮ ਕਾਂਡ ਕਰ ਲਵੋ, ਜਿੰਨੇ ਮਰਜੀ ਪਾਖੰਡ ਆਪਣੀ ਜ਼ਿੰਦਗੀ ਦੇ ਵਿੱਚ ਕਰ ਲਵੋ, ਜਿੰਨੇ ਮਰਜੀ ਯੋਗ ਸਾਧਨ ਕਰ ਲਵੋ, ਪਰ ਉਸ ਪਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ। ਪਾਇਆ ਕਿਵੇਂ ਜਾ ਸਕਦਾ ਹੈ? ਸਤ ਸੰਗਤ ਦੇ ਵਿੱਚ ਜਾ ਕਰਕੇ, ਉਸ ਪ੍ਰਭੂ ਪਰਮਾਤਮਾ ਦੀ ਭਗਤੀ ਕਰਕੇ। ਇਹਦੇ ਤੋਂ ਬਗੈਰ ਹੋਰ ਦੂਸਰਾ ਕੋਈ ਸਾਧਨ ਨਹੀਂ। ਚੌਪਈ ਪ੍ਰੇਮ ਭਗਤ ਕਰ ਕੀਰਤ ਗਾਵਨ, ਅਜਪਾ ਜਾਪ ਨਾਮ ਲਿਵ ਲਾਵਨ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਉਸ ਪਰਮਾਤਮਾ ਦੀ ਭਗਤੀ ਕਰਨੀ ਹੈ। ਆਪਣਾ ਮਨ ਜਿਹੜਾ ਹੈ, ਚਿੱਤ ਜਿਹੜਾ ਹੈ, ਉਹ ਪਰਮਾਤਮਾ ਦੇ ਸਿਮਰਨ ਦੇ ਨਾਲ ਜੋੜਨਾ ਹੈ। ਪਿਆਰ ਦੇ ਨਾਲ ਉਸ ਪਰਮਾਤਮਾ ਦੀ ਕੀਰਤ ਗਾਉਣੀ ਹੈ, ਤੇ ਨਾਲ ਹੀ ਕੀ ਕਰਨਾ ਹੈ? ਜਿਹੜਾ ਉਸ ਪਰਮਾਤਮਾ ਦਾ ਨਾਮ ਮੁਕਤੀ ਦਿਵਾਉਣ ਵਾਲਾ ਹੈ ਇਸ ਸੰਸਾਰ ਸਾਗਰ ਤੋਂ, ਉਸ ਮੁਕਤੀ ਦਿਵਾਉਣ ਵਾਲੇ ਪਰਮਾਤਮਾ ਦੇ ਨਾਮ ਦੇ ਨਾਲ ਆਪਣੀ ਚਿੱਤ ਜਿਹੜੀ ਉਹ ਜੋੜਨੀ ਹੈ। ਤੇ ਆਪਾਂ ਸਾਧ ਸੰਗਤ ਜੀ ਪੜ੍ਹਦੇ ਆ ਨਾ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਚਨ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰੇਮ ਹੈ, ਜਿਨ੍ਹਾਂ ਦਾ ਮਨ ਭਿੱਜਾ ਹੋਇਆ ਏ, ਸਾਧ ਸੰਗਤ ਜੀ ਉਹੀ ਪਰਮਾਤਮਾ ਨੂੰ ਪਾ ਸਕਦੇ ਨੇ, ਦੂਸਰਾ ਨਹੀਂ ਪਾ ਸਕਦਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਇਹੀ ਸਮਝਾ ਰਹੇ ਨੇ ਕਿ ਜੇਕਰ ਪ੍ਰੇਮ ਦੇ ਨਾਲ ਤੁਸੀਂ ਉਸ ਪਰਮਾਤਮਾ ਦੀ ਕੀਰਤੀ ਗਾਓਗੇ, ਭਾਵਨੀ ਦੇ ਨਾਲ ਉਸ ਪਰਮਾਤਮਾ ਦਾ ਭਜਨ ਗਾਓਗੇ, ਤਾਂ ਤੁਹਾਨੂੰ ਕੀ ਹੈ? ਉਸ ਪਰਮਾਤਮਾ ਦੇ ਨਾਲ ਪ੍ਰੀਤ ਜਿਹੜੀ ਲਾਉਣੀ ਉਹ ਉਚਿਤ ਹੋਵੇਗੀ। ਵਿਛੁਰਨ ਮਿਲਨ ਅਪਰ ਕੋ ਨਾਹੀ, ਸਰਬ ਬਾਤ ਇਸ ਤਨ ਕੇ ਮਾਈ। ਉਸ ਪਰਮਾਤਮਾ ਤੋਂ ਵਿਛੜ ਜਾਣਾ ਜਾਂ ਉਸ ਪਰਮਾਤਮਾ ਨੂੰ ਮਿਲਣਾ, ਇਹ ਕੋਈ ਵੱਖਰੀ ਚੀਜ਼ ਨਹੀਂ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਬਾਹਰੀ ਵਿਅਰਥ ਨੇ, ਇਹ ਤਾਂ ਕੇਵਲ ਤੇ ਕੇਵਲ ਆਪਣੇ ਸਰੀਰ ਦੇ ਅੰਦਰ ਹੀ ਹਨ। ਜਬ ਸਤ ਸੰਗਤ ਭਇਓ ਨਿਵਾਸਾ, ਮਨ ਰੋਕਨ ਕੀਨੋ ਅਭਿਆਸਾ। ਤੇ ਜਿਹੜਾ ਮਨੁੱਖ ਸਤ ਸੰਗਤ ਦੇ ਵਿੱਚ ਆ ਕਰਕੇ ਆਪਣਾ ਟਿਕਾਣਾ ਬਣਾ ਲੈਂਦਾ ਹੈ, ਭਾਵ ਕਿ ਸਤ ਸੰਗਤ ਦੇ ਨਾਲ ਪ੍ਰੀਤ ਜੋੜਦਾ ਏ, ਤੇ ਮਨ ਦੀਆਂ ਜਿਹੜੀਆਂ ਵਾਸ਼ਨਾਵਾਂ ਨੇ ਉਹਨਾਂ ਨੂੰ ਰੋਕਣ ਦਾ ਅਭਿਆਸ ਕਰਦਾ ਏ। ਨਾਸ ਵਾਸ਼ਨਾ ਤਬ ਹੀ ਭਈ, ਦ્વੈਤ ਸਰਬ ਉਰ ਤੇ ਮਿਟ ਗਈ। ਤੇ ਜਦੋਂ ਜੀਵ ਸਤ ਸੰਗਤ ਦੇ ਵਿੱਚ ਆ ਕਰਕੇ ਘਰ ਦੇ ਕੰਮਾਂ ਕਾਰਾਂ ਨੂੰ ਤਿਆਗਦਾ ਏ, ਉਸ ਪਰਮਾਤਮਾ ਦੇ ਨਾਲ ਆਪਣੀ ਸੁਰਤੀ ਬਿਰਤੀ ਜੋੜਦਾ ਹੈ, ਪਰਮਾਤਮਾ ਦੇ ਭਜਨ ਦੇ ਨਾਲ ਆਪਣਾ ਪਿਆਰ ਵਧਾਉਂਦਾ ਏ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਸਾਰੀਆਂ ਸੰਸਾਰਿਕ ਚਿੰਤਾਵਾਂ ਨੇ ਉਹ ਜਿਹੜੀਆਂ ਨਸ਼ਟ ਹੋ ਜਾਂਦੀਆਂ ਨੇ, ਤੇ ਮਨ ਦੀਆਂ ਜਿਹੜੀਆਂ ਵਾਸ਼ਨਾਵਾਂ ਉਹਨਾਂ ਤੇ ਕਾਬੂ ਪੈ ਜਾਂਦਾ। ਪੂਰਨ ਲਖਿਓ ਪਰਮਾਤਮ ਸਾਰੇ, ਮਿਥਿਆ ਸਰਬ ਪ੍ਰਪੰਚ ਪਸਾਰੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਜਿਹੜੀ ਪਰਮਾਤਮਾ ਦੀ ਜੋਤ ਹੈ,
ਇਹ ਸਾਰੇ ਸੰਸਾਰ ਦੇ ਵਿੱਚ ਫੈਲੀ ਹੋਈ ਹੈ ਤੇ ਜਿਸ ਨੇ ਇਸ ਨੂੰ ਜਾਣਿਆ ਏ ਉਹ ਮਨੁੱਖ ਇਸ ਜਗਤ ਦੇ ਵਿੱਚ ਉੱਤਮ ਹੈ। ਤੇ ਸਾਧ ਸੰਗਤ ਜੀ ਨਾਲ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਵੀ ਕਹਿ ਦਿੱਤਾ ਹੈ ਕਿ ਇਹ ਜਿਹੜਾ ਜਗਤ ਹੈ, ਜਗਤ ਦੇ ਵਿੱਚ ਜਿੰਨੇ ਵੀ ਧਨ ਦੌਲਤ ਜਾਂ ਮਾਇਕ ਪਦਾਰਥ ਨੇ, ਕੋਠੀਆਂ ਕਾਰਾਂ ਨੇ, ਇਹ ਸਾਰੀਆਂ ਵਿਅਰਥ ਨੇ। ਇਹਦੇ ਨਾਲ ਚਿੱਤ ਲਾਉਣ ਦਾ ਕੋਈ ਫਾਇਦਾ ਨਹੀਂ। ਜਬ ਆਤਮਾ ਅਸ ਭ੍ਰਮ ਭੰਨਾ ਭਾ ਪਰਮਾਤਮਾ ਸੁਧ ਚੇਤਨਾ। ਤੇ ਜਦੋਂ ਇਹ ਸਾਰੇ ਦੁਨੀਆ ਦੇ ਭਰਮ ਭੁਲੇਖੇ ਮਨੁੱਖ ਦੇ ਦੂਰ ਹੋ ਜਾਂਦੇ ਨੇ, ਭਾਵ ਕਿ ਸਾਰੇ ਭਰਮ ਜਾਲ ਮਨੁੱਖ ਦੇ ਮਿਟ ਜਾਂਦੇ ਨੇ, ਉਦੋਂ ਫਿਰ ਮਨੁੱਖ ਪਰਮਾਤਮਾ ਦਾ ਜਿਹੜਾ ਚਿੰਤਨ ਹੈ ਉਹ ਮਨ ਦੇ ਵਿੱਚ ਕਰਨਾ ਸ਼ੁਰੂ ਕਰਦਾ ਹੈ। ਜਬ ਅਨਾਤਮਾ ਦੇਹ ਪਛਾਨੀ ਗੇ ਸੰਕਲਪ ਬਿਵਲ ਕੋ ਬਿਆਨੀ। ਤੇ ਜਦੋਂ ਫਿਰ ਉਸ ਪਰਮਾਤਮਾ ਦੀ ਮੂਰਤ ਬਾਰੇ ਜਿਸ ਮਨੁੱਖ ਨੂੰ ਪਹਿਚਾਨ ਹੁੰਦੀ ਹੈ, ਉਸ ਮਨੁੱਖ ਦੇ ਜਿਹੜੇ ਸਾਰੇ ਸ਼ੰਕੇ ਨੇ ਪਰਮਾਤਮਾ ਦੀ ਨਿਜ ਮੂਰਤ ਬਾਰੇ, ਉਹ ਸਾਰੇ ਨਿਵਰਤ ਹੋ ਜਾਂਦੇ ਨੇ। ਤੇ ਬਖਸ਼ਿਸ਼ ਕੀ ਹੁੰਦੀ, ਜਿਹੜਾ ਮਨ ਹੈ ਉਹ ਪਰਮਾਤਮਾ ਦੀ ਭਗਤੀ ਦੇ ਵਿੱਚ ਇੱਕ ਸੁਰ ਹੋ ਜਾਂਦਾ ਹੈ। ਤਾਉ ਮਿਲੇ ਬੋ ਈਸ਼ਵਰ ਕੋ ਹੋਏ, ਨਾ ਤੁਰ ਬਿਸਰ ਰਹਿਓ ਸਭ ਕੋਏ। ਤੇ ਜਦੋਂ ਇਸ ਤਰ੍ਹਾਂ ਕਿਰਪਾ ਹੁੰਦੀ ਹੈ, ਉਹ ਮਨੁੱਖ ਫਿਰ ਪਰਮਾਤਮਾ ਤੋਂ ਵਿਛੜਿਆ ਨਹੀਂ ਰਹਿੰਦਾ। ਉਹਦਾ ਮਿਲਾਪ ਜਿਹੜਾ ਪ੍ਰਭੂ ਪਤੀ ਪਰਮਾਤਮਾ ਦੇ ਨਾਲ ਹੋ ਜਾਂਦਾ ਹੈ। ਗਿਆਨ ਪ੍ਰਾਪਤ ਜਿਨ ਮਨ ਮਾਹੀ, ਵਿਛੁਰਨ ਮਿਲਨ ਸੋ ਜਾਣਤ ਨਾਹੀ। ਤੇ ਜਦੋਂ ਫਿਰ ਮਨੁੱਖ ਦੇ ਮਨ ਦੇ ਵਿੱਚ ਗਿਆਨ ਹੋ ਜਾਵੇ, ਫਿਰ ਉਹ ਇਹ ਮਿਲਣ ਤੇ ਵਿਛੜਨ ਦੀਆਂ ਗੱਲਾਂ ਨਹੀਂ ਕਰਦਾ। ਕੇਵਲ ਤੇ ਕੇਵਲ ਜਿਹੜਾ ਧਿਆਨ ਹੈ ਇਹਨਾਂ ਫਜ਼ੂਲ ਗੱਲਾਂ ਨੂੰ ਛੱਡ ਕੇ ਉਸ ਅਕਾਲ ਪੁਰਖ ਦੀ ਨਿਜ ਮੂਰਤ ਦੇ ਵਿੱਚ ਜੋੜਦਾ ਹੈ। ਪਰਮਾਤਮਾ ਪੂਰਨ ਹੈ ਸਾਰੇ, ਵਿਛੁਰੇ ਤਉ ਕਤ ਨਾਹੀ ਨਿਰਾਰੇ। ਉਹ ਪਰਮਾਤਮਾ ਸਾਰਿਆਂ ਦੇ ਵਿੱਚ ਰਵਿਆ ਹੋਇਆ ਏ, ਕਣ ਕਣ ਦੇ ਵਿੱਚ ਪਰਮਾਤਮਾ ਵਸ ਰਿਹਾ ਏ। ਤੇ ਕਿਸੇ ਤੋਂ ਉਹ ਪਰਮਾਤਮਾ ਵੱਖਰਾ ਨਹੀਂ, ਕਿਉਂਕਿ ਆਪਾਂ ਪੜ੍ਹਦੇ ਆ ਨਾ, ਘਟ ਘਟ ਮੈਂ ਹਰ ਜੂ ਬਸੇ, ਸੰਤਨਾ ਕਹਿਓ ਪੁਕਾਰ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿ ਰਹੇ ਨੇ ਕਿ ਇਹ ਜਿਹੜਾ ਪਰਮਾਤਮਾ ਹੈ, ਜਿਹੜੀ ਘਟ ਘਟ ਹੈ, ਉਹਦੇ ਵਿੱਚ ਇਸ ਪਰਮਾਤਮਾ ਦਾ ਵਾਸਾ ਹੈ। ਇਹ ਗੱਲ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਲੋਕਾਂ ਨੂੰ ਸਮਝਾ ਰਹੇ ਹਨ। ਜੇ ਵਿਛੁਰੇ ਤਉ ਮਿਲ ਨਾ ਹੋਏ, ਨਾ ਤੁਰ ਮਿਥਿਆ ਕਹਿਣੇ ਦੂਈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾ ਰਹੇ ਨੇ, ਜੇਕਰ ਜੀਵ ਤੇ ਪਰਮਾਤਮਾ ਦੋਨੋਂ ਵੱਖਰੇ ਵੱਖਰੇ ਹੋਣ, ਫਿਰ ਤਾਂ ਇਹਨਾਂ ਨੂੰ ਮਿਲਾਪ ਦਾ ਜਿਹੜਾ ਸਵਾਲ ਹੈ ਉਹ ਪੈਦਾ ਨਹੀਂ ਹੁੰਦਾ। ਵਿਆਪਕ ਦੀ ਸਹਿਜਿਓ ਆਕਾਸ਼ਾ, ਘਟ ਉਪਾਦ ਵਤ ਮਾਇਆ ਪਾਸਾ। ਤੇ ਜਿਵੇਂ ਆਕਾਸ਼ ਹੈ ਉਹ ਇੱਕ ਹੈ ਤੇ ਸਾਰਿਆਂ ਦੇ ਵਿੱਚ ਫੈਲਿਆ ਹੋਇਆ ਏ, ਪਰੰਤੂ ਕੀ ਹੈ ਕਿ ਉਸ ਦੀ ਹੋਂਦ ਸਾਨੂੰ ਵੱਖਰੋ ਵੱਖਰੀ ਭਾਸਦੀ ਹੈ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾ ਰਹੇ ਨੇ ਕਿ ਜਿਹੜਾ ਜੀਵ ਮਾਇਆ ਦੇ ਵਿੱਚ ਫਸਿਆ ਹੋਇਆ ਹੈ, ਜਿਹਨੂੰ ਮਾਇਆ ਦਾ ਲਾਲਚ ਹੈ, ਜਿਹਦਾ ਮਨ ਮਾਇਆ ਦੇ ਵਿੱਚ ਲਲਚਿਆ ਹੈ, ਉਸ ਮਨੁੱਖ ਨੂੰ ਜਿਹੜੀ ਪਰਮਾਤਮਾ ਦੀ ਇਹ ਨਿਜ ਮੂਰਤ ਹੈ ਉਹ ਵੱਖਰੀ ਜਿਹੜੀ ਲੱਗਦੀ ਹੈ। ਦੋਹਰਾ ਘਟ ਫੂਟੈ ਆਕਾਸ਼ ਸਭ, ਤਿਉ ਮਾਇਆ ਹੋਇ ਆਨ।
ਤੇ ਜਿਵੇਂ ਸਾਧ ਸੰਗਤ ਜੀ ਘੜੇ ਦੇ ਵਿੱਚ ਪਾਣੀ ਪਾਇਆ ਹੋਵੇ ਤੇ ਉਹ ਘੜਾ ਟੁੱਟ ਜਾਵੇ, ਘੜੇ ਦਾ ਸਰੂਪ ਤਾਂ ਵੱਖੋ ਵੱਖਰਾ ਹੋ ਜਾਂਦਾ ਏ, ਪਰ ਜਿਹੜਾ ਪਾਣੀ ਹੈ ਉਹ ਆਪਣੀ ਇੱਕ ਮੂਰਤ ਦੇ ਵਿੱਚ ਰਹਿੰਦਾ ਏ। ਤੇ ਇਸੇ ਤਰ੍ਹਾਂ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਇਹ ਜਿਹੜੀ ਮਾਇਆ ਏ, ਇਹ ਜਦੋਂ ਸਰੀਰ ਨਸ਼ਟ ਹੋ ਜਾਂਦਾ ਹੈ ਨਾ, ਤੇ ਇਹ ਸਾਡੇ ਨਾਲ ਜਾਣ ਵਾਲੀ ਨਹੀਂ। ਕੇਵਲ ਤੇ ਕੇਵਲ ਨਾਲ ਜਾਣ ਵਾਲਾ ਕੀ ਹੈ? ਉਸ ਪਰਮਾਤਮਾ ਦਾ ਨਾਮ। ਕਿਉਂਕਿ ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਸੁਖਮਨੀ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਬਚਨ ਹੈ ਨਾ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨਾ ਊਹਾ ਨਾਮ ਤੇਰਾ ਸੰਗ ਸਹਾਈ। ਫਿਰ ਪ੍ਰਮਾਤਮਾ ਦਾ ਨਾਮ ਸਾਧ ਸੰਗਤ ਜੀ ਉੱਥੇ ਵੀ ਸਹਾਈ ਹੁੰਦਾ ਏ ਜਿੱਥੇ ਮਾਤਾ ਪਿਤਾ ਵੀ ਸਾਥ ਦੇਣੋਂ ਛੱਡ ਜਾਂਦੇ ਹਨ। ਰੋਵਨ ਹਸਨ ਤੁਮਾਰ ਜੋ ਸਰਬ ਅਕਾਰਤ ਜਾਨ। ਤੇ ਜਿਹੜਾ ਤੁਸੀਂ ਜੀਵ ਦੇ ਜਨਮ ਤੇ ਰੋਂਦੇ ਹੋ, ਤੇ ਜਦੋਂ ਜੀਵ ਚੜ੍ਹਾਈ ਕਰ ਜਾਂਦਾ ਹੈ ਤੁਸੀਂ ਹੱਸਦੇ ਹੋ, ਇਹ ਰੋਣਾ ਤੇ ਹੱਸਣਾ ਤੁਸੀਂ ਵਿਅਰਥ ਸਮਝੋ। ਚੌਪਈ ਹੈ ਅਧੀਨ ਬਾਸ਼ਨਾ ਨਰ ਸਭ, ਯਾ ਤੇ ਜਨਮ ਤਰਤ ਪੁਨ ਪੁਨ ਤਬ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾ ਰਹੇ ਨੇ ਕਿ ਜਿਨ੍ਹਾਂ ਮਨੁੱਖਾਂ ਦੇ ਮਨ ਦੇ ਵਿੱਚ ਵਾਸ਼ਨਾਵਾਂ ਨੇ, ਜਿਨ੍ਹਾਂ ਮਨੁੱਖਾਂ ਦੇ ਮਨ ਤੇ ਪੰਜ ਜਿਹੜੇ ਵੈਰੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਭਾਰੀ ਨੇ, ਉਹਨਾਂ ਮਨੁੱਖਾਂ ਨੂੰ ਫਿਰ ਕੀ ਹੈ? ਜੂਨਾਂ ਦੇ ਵਿੱਚ ਪੈਣਾ ਪੈਂਦਾ, ਜੂਨਾਂ ਦਾ ਸਾਹਮਣਾ ਕਰਨਾ ਪੈਂਦਾ। ਜਨਮ ਮਰਨ ਦੋ ਬਹੁਤੋ ਦੁਖ ਪਾਵੈ, ਬਾਰ ਬਾਰ ਆਵੈ ਜਗ ਜਾਵੈ। ਤੇ ਜਨਮ ਮਰਨ ਕਰਕੇ ਕਦੀ ਇਸ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਉਹ ਮਨੁੱਖ ਪਾਉਂਦੇ ਨੇ, ਤੇ ਮੁੜ ਮੁੜ ਕੇ ਕੀ ਹੈ? ਉਹਨਾਂ ਜੀਵਾਂ ਤੇ ਆਵਾਗਾਉਣ ਦਾ ਚੱਕਰ ਪਿਆ ਰਹਿੰਦਾ ਹੈ। ਆਵਾਗਾਉਣ ਕੀ ਹੈ ਸਾਧ ਸੰਗਤ ਜੀ? ਕਿ ਮਨੁੱਖ ਦਾ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਇੱਕ ਜੂਨ ਨੂੰ ਛੱਡ ਕੇ ਤੇ ਦੂਸਰੀ ਜੂਨ ਨੂੰ ਧਾਰਨ ਕਰਨਾ, ਇਹ ਆਵਾਗਾਉਣ ਜਿਹਨੂੰ ਟਰਾਂਸਮਾਈਗ੍ਰੇਸ਼ਨ ਕਿਹਾ ਜਾਂਦਾ ਹੈ। ਜਦੋਂ ਸਾਧ ਸੰਗਤ ਜੀ ਜੀਵ ਜਿਹੋ ਜਿਹੇ ਕਰਮ ਕਰਦਾ ਉਹੋ ਜਿਹਾ ਫਲ ਜੀਵ ਨੂੰ ਭੁਗਤਣਾ ਪੈਂਦਾ ਹੈ। ਕਿਉਂਕਿ ਜਿਹੋ ਜੀ ਆਪਾਂ ਖੇਤ ਵਿੱਚ ਫਸਲ ਲਾਵਾਂਗੇ ਉਹੋ ਜਿਹਾ ਸਾਨੂੰ ਝਾੜ ਪ੍ਰਾਪਤ ਹੋਵੇਗਾ, ਉਹ ਅਸੀਂ ਵੱਢਾਂਗੇ। ਇਸੇ ਤਰ੍ਹਾਂ ਅਸੀਂ ਜੇ ਆਪਣੇ ਇਸ ਜੀਵਨ ਦੇ ਵਿੱਚ ਜੀਵਨ ਰੂਪੀ ਖੇਤ ਦੇ ਵਿੱਚ ਚੰਗੀ ਫਸਲ ਬੀਜਾਂਗੇ ਤੇ ਸਾਨੂੰ ਫਲ ਵੀ ਚੰਗਾ ਪ੍ਰਾਪਤ ਹੋਵੇਗਾ, ਅਸੀਂ ਉਹਦਾ ਝਾੜ ਵੀ ਚੰਗਾ ਪ੍ਰਾਪਤ ਕਰਾਂਗੇ। ਤੇ ਜੇਕਰ ਅਸੀਂ ਜੀਵਨ ਰੂਪ ਖੇਤ ਦੇ ਵਿੱਚ ਮਾੜਾ ਬੀਜਾਂਗੇ ਤੇ ਸਾਨੂੰ ਝਾੜ ਵੀ ਮਾੜਾ ਹੀ ਪ੍ਰਾਪਤ ਹੋਵੇਗਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਗੱਲ ਸਮਝਾ ਰਹੇ ਨੇ ਕਿ ਜਿਹੜੇ ਮਨੁੱਖ ਵਾਸ਼ਨਾ ਦੇ ਅਧੀਨ ਨੇ, ਉਹਨਾਂ ਨੂੰ ਫਿਰ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪੈਣਾ ਪੈਂਦਾ ਏ। ਅਨੇਕਾਂ ਜਿਹੜੇ ਦੁੱਖ ਉਹ ਭੋਗਣੇ ਪੈਂਦੇ ਹਨ, ਜਿਹਦੇ ਕਾਰਨ ਉਹਨਾਂ ਨੂੰ ਆਵਾਗਾਉਣ ਦਾ ਚੱਕਰ ਸਹਿਣਾ ਪੈਂਦਾ ਹੈ। ਗੁਰ ਕੇ ਵਾਕ ਸੁਣੇ ਅਸ ਜਬ ਹੀ, ਹਿਰਦੈ ਵਿਚਾਰ ਕੀਓ ਨਰ ਸਭ ਹੀ। ਹੁਣ ਜਦੋਂ ਉਹਨਾਂ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਾਧ ਸੰਗਤ ਜੀ ਇਹ ਪਿਆਰੇ ਬਚਨ ਸੁਣੇ ਨੇ, ਬਚਨ ਸੁਣਦਿਆਂ ਸਾਰ ਉਹ ਲੋਕ ਹੁਣ ਮਨ ਦੇ ਵਿੱਚ ਵਿਚਾਰ ਕਰਨ ਲੱਗੇ ਹਨ। ਸਤ ਬਚਨ ਇਨ ਸੰਤ ਬਖਾਨੇ, ਮਤ ਹਮਾਰ ਮਿਥਿਆ ਪਹਿਚਾਨੇ। ਹੁਣ ਉਹ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਕਿ ਇਹ ਜਿਹੜੇ ਸੰਤ ਨੇ, ਜਿਨ੍ਹਾਂ ਨੇ ਇਹ ਸਾਡੇ ਨਾਲ ਬਚਨ ਕੀਤੇ ਨੇ, ਇਹ ਇਹਨਾਂ ਦੇ ਬਚਨ ਸੱਤ ਨੇ। ਅਸੀਂ ਤਾਂ ਆਪਣੀ ਮੱਤ ਕਰਕੇ ਕੀ ਹੈ, ਇਹਨਾਂ ਨੂੰ ਝੂਠੇ ਸਮਝ ਰਹੇ ਸਾਂ। ਬਿਨ ਸੰਦੇਹ ਪਏ ਜਬ ਸੁਨ ਕੇ,
ਬੰਧਨ ਕਰਤ ਪਏ ਗੁਰ ਗੁਣ ਕੈ। ਤੇ ਜਦੋਂ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਸੁਣੇ ਨੇ, ਐਸੀ ਕਿਰਪਾ ਹੋਈ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਿ ਜਿਹੜੇ ਲੋਕ ਕਿਸੇ ਦੇ ਜਨਮ ਤੇ ਰੋਂਦੇ ਸਨ ਤੇ ਕਿਸੇ ਦੇ ਮਰਨ ਤੇ ਹੱਸਦੇ ਸਨ, ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਸ਼ੰਕਾਵਾਂ ਸਨ, ਪਰ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਿਆਰੇ ਬਚਨ ਸਾਧ ਸੰਗਤ ਜੀ ਸੁਣੇ ਨੇ, ਐਸੀ ਪਰਮਾਤਮਾ ਦੀ ਕਿਰਪਾ ਹੋਈ, ਐਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਦ੍ਰਿਸ਼ਟੀ ਹੋਈ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਜਿਹੜੇ ਸ਼ੰਕੇ ਨੇ ਉਹ ਸਾਰੇ ਇੱਕ ਖਿਣ ਦੇ ਵਿੱਚ ਨਿਵਰਤ ਹੋ ਗਏ ਹਨ। ਬਿਨ ਕਰਤ ਪੇ ਬਾਰੰਬਾਰੀ ਹਮਰੀ ਗਤ ਕੀ ਜਗਤ ਕਾਰੀ। ਹੁਣ ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਹੱਥ ਜੋੜੇ ਨੇ, ਹੱਥ ਜੋੜ ਕੇ ਬਾਰ-ਬਾਰ ਬੇਨਤੀ ਕਰਨ ਲੱਗੇ ਨੇ ਕਿ ਗੁਰੂ ਜੀ ਤੁਸੀਂ ਤਾਂ ਮੁਕਤੀ ਦਾਤੇ ਹੋ, ਸੁੱਖਾਂ ਦੇ ਦਾਤੇ ਹੋ, ਗਿਆਨ ਦੇ ਸਾਗਰ ਹੋ, ਕਿਰਪਾ ਕਰੋ, ਕਰੁਣਾ ਕਰੋ ਕਿ ਸਾਨੂੰ ਇਸ ਸੰਸਾਰ ਤੋਂ ਮੁਕਤੀ ਦਿਵਾਉਣਾ ਕਰੋ ਤੇ ਸਾਡੇ ਦੁੱਖ ਕੱਟ ਕੇ ਸਾਨੂੰ ਸੁੱਖਾਂ ਦੀ ਜਿਹੜੀ ਪ੍ਰਾਪਤੀ ਉਹ ਕਰਵਾਉਣਾ ਕਰੋ। ਤੇ ਜਿਹੜਾ ਸਾਡੇ ਮਨ ਦੇ ਵਿੱਚ ਅਗਿਆਨ ਦਾ ਹਨੇਰਾ ਫੈਲਿਆ ਹੋਇਆ ਹੈ ਨਾ, ਉਹ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਜਿਹੜਾ ਉਹ ਕਰਨਾ ਕਰੋ। ਨਿਜ ਉਪਦੇਸ਼ ਦੀਜੀਏ ਹਮਕੋ शरण परे की लज्जा तुमको। ते कहन लगे ने कि गुरु जी सानू भी अपना उपदेश बख्शो, सानू भी अपने जेड़े बचन ने वो साडे झोली दे विच पैना पाउना करो, क्योंकि जेड़ा भी तुहाडी शरण दे विच चल के आउंदा है तुसी उस मनुख दी शरण दे विच आए दी लज्जा भाव के ओदी रखिया करदे हो। सुन अधीनता तिन जगतेशा देत पए आपन उपदेशा। ते गुरु नानक देव जी महाराज जेड़े दया दे घर ने, सुखां दे दाते ने, बेदी कुल दे दीपक ने, ਹੁਣ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹਨਾਂ ਲੋਕਾਂ ਦੇ ਨਿਮਰਤਾ ਭਰੇ ਬਚਨ ਸੁਣੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇਹਨਾਂ ਤੇ ਟੁੱਟ ਗਏ ਨੇ ਤੇ ਸਾਧ ਸੰਗਤ ਜੀ ਇਹਨਾਂ ਲੋਕਾਂ ਦੀ ਨਿਮਰਤਾ ਦੇਖ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਸਿੱਖਿਆ ਦੇਣ ਲੱਗੇ ਹਨ। ਸਤਨਾਮ ਸਿਮਰੋ ਲਿਵ ਲਾਵੋ तेह ते सगरे इच्छ पुजावो। ते क्या है कि सतनाम भाव के जेड़ा सदीव काल तो सच्चा परमात्मा है, जिदा नाश नहीं, जेड़ा अकाल है, समय दी हस्ती तो रहत है, उस परमात्मा दा जेड़ा सिमरन है अपने चित्त दे विच करना करो। ਤੇ ਜੇਕਰ ਤੁਸੀਂ ਚਿੱਤ ਜੋੜ ਕੇ ਸਿਮਰਨ ਕਰੋਗੇ ਤੁਹਾਡਾ ਜਿਹੜਾ ਮੁਕਤੀ ਦਾ ਸਾਧਨ ਉਹ ਖਤਮ ਹੋ ਜਾਵੇਗਾ ਤੇ ਪ੍ਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੋਵੇਗੀ। ਜਿਹੜੀਆਂ ਤੁਹਾਡੇ ਮਨ ਦੇ ਵਿੱਚ ਇਛਾਵਾਂ ਨੇ ਉਹ ਸਾਰੀਆਂ ਪੂਰੀਆਂ ਹੋ ਜਾਣਗੀਆਂ। ਹੁਕਮ ਸਤ ਮਾਨੋ ਕਰਤਾਰਾ मरन जियन जानो एक सारा। ते लोकां नूं समझाया है कि ये जन्म मरण दा जिहड़ा चक्कर है जिहदे ते तुसीं हसदे हो, विरलाप करदे हो, उच्ची उच्ची पिटदे हो, इस कुकर्मां नूं छड्ड के उस करतार दा जो भाणा है उहनूं मिठा करके मनना करो। ਤੇ ਜੀਵ ਦਾ ਜਿਹੜਾ ਜੰਮਣਾ ਤੇ ਮਰਨਾ ਹੈ ਉਹਨੂੰ ਇੱਕ ਸਮਾਨ ਜਾਣਨਾ ਕਰੋ। ਹਰਖ ਸ਼ੋਕ ਤੇ ਮਨ ਥਿਰ ਕੀਜੈ ਬਿਨ ਸੰਸੇ ਤਬ ਮੁਕਤ ਹੋਵੀਜੇ।
ਤੇ ਜਦੋਂ ਵੀ ਤੁਹਾਡੇ ਤੇ ਖੁਸ਼ੀ ਆਉਂਦੀ ਹੈ ਜਾਂ ਤੁਹਾਡੇ ਤੇ ਗਮੀ ਦਾ ਸਮਾਂ ਬਣਦਾ ਏ, ਆਪਣੇ ਮਨ ਨੂੰ ਅਡੋਲ ਰੱਖੋਗੇ ਤਾਂ ਤੁਹਾਨੂੰ ਮੁਕਤੀ ਦਾ ਸਾਧਨ ਜਿਹੜਾ ਉਹ ਪ੍ਰਾਪਤ ਹੋਵੇਗਾ। ਆਸ ਉਪਦੇਸ਼ ਸੁਨਿਓ ਸਿੱਖ ਭਏ, ਸ੍ਰੀ ਨਾਨਕ ਮੈਂ ਨਿਸਚਾ ਕਏ। ਇਸ ਤਰ੍ਹਾਂ ਦੇ ਉਪਦੇਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਦੋਂ ਮੁਖ ਤੋਂ ਸੁਣੇ ਨੇ, ਇਹਨਾਂ ਲੋਕਾਂ ਨੇ ਐਸੀ ਕਿਰਪਾ ਹੋਈ ਹੈ ਕਿ ਜਿਹੜੇ ਲੋਕ ਸੰਸਾਵਾਂ ਦੇ ਫਸੇ ਹੋਏ ਸਨ, ਜਿਨ੍ਹਾਂ ਦੇ ਮਨਾਂ ਦੇ ਵਿੱਚ ਸ਼ੰਕਾ ਸਨ, ਐਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸੱਚੇ ਸੇਵਕ ਬਣ ਗਏ ਹਨ, ਜਿਨ੍ਹਾਂ ਨੇ ਹੁਣ ਆਪਣੀ ਨਿਸ਼ਚਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਧਾਰ ਲਈ ਹੈ। ਸਤ ਸੰਗਤ ਹੋਵਣ ਤਹਿ ਲਾਗੀ, ਹਰ ਕੀਰਤ ਗਾਵੇ ਵਡ ਭਾਗੀ। ਹੁਣ ਜਿਸ ਅਸਥਾਨ ਤੇ ਕੁਕਰਮ ਕੀਤੇ ਜਾਂਦੇ ਸਨ, ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨ ਪੈਣ ਸਾਰ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਿੱਖਿਆ ਦੇਣ ਦੇ ਅਨੁਸਾਰ ਉਸ ਅਸਥਾਨ ਤੇ ਸਾਧ ਸੰਗਤ ਜੀ ਪਰਮਾਤਮਾ ਦੀ ਕੀਰਤੀ ਹੋਣ ਲੱਗੀ ਹੈ। ਲੋਕ ਸਤ ਸੰਗਤ ਦੇ ਵਿੱਚ ਜੁੜਨ ਜਾ ਕੇ ਬਹਿਣ ਲੱਗੇ ਹਨ ਤੇ ਉਸ ਪਰਮਾਤਮਾ ਦਾ ਜਿਹੜਾ ਹਰ ਜਸ ਉਹ ਕਰਨ ਲੱਗ ਪਏ ਹਨ। ਸੇਵਾ ਸੰਤਨ ਕੀ ਸਭ ਕਰਹੀ, ਤਰ ਸ਼ਰਦਾ ਹਰ ਨਾਮ ਸਿਮਰਈ। ਉਹ ਸਾਰੇ ਲੋਕ ਜਿਹੜਾ ਵੀ ਸੰਤ ਉਹਨਾਂ ਦੇ ਨਗਰ ਦੇ ਵਿੱਚ ਆਉਂਦਾ ਏ, ਉਹ ਉਹਨਾਂ ਸੰਤਾਂ ਦੀ ਭੈ ਭਾਵਨੀ ਦੇ ਨਾਲ ਸੇਵਾ ਕਰਦੇ ਨੇ ਤੇ ਸ਼ਰਧਾ ਰੱਖ ਕੇ ਤੇ ਸਾਧ ਸੰਗਤ ਜੀ ਪਰਮਾਤਮਾ ਦਾ ਨਾਮ ਸਿਮਰਦੇ ਹਨ। ਦੋਹਰਾ ਕਿਤਕ ਦਿਵਸ ਸ੍ਰੀ ਗੁਰ ਰਹੇ, ਦੀਨੋ ਧਰਮ ਦ੍ਰਿੜਾਏ। ਕਿੰਨੇ ਹੀ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਸਥਾਨ ਤੇ ਰਹੇ ਨੇ ਤੇ ਜਿੰਨਾ ਵੀ ਸਮਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਸਥਾਨ ਤੇ ਬੈਠੇ ਨੇ, ਉਹ ਉਹਨਾਂ ਲੋਕਾਂ ਨੂੰ ਉਹਨਾਂ ਦਾ ਸੱਚਾ ਧਰਮ ਦ੍ਰਿੜਾ ਕੇ ਉਸ ਅਸਥਾਨ ਤੋਂ ਅੱਗੇ ਤੁਰ ਪਏ ਹਨ। ਕਰ ਸੰਤੋਖ ਸਿੰਘ ਬੰਦਨਾ, ਪੂਰਨ ਹੋਇਓ ਧਿਆਏ। ਹੁਣ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਨੇ ਕਿ ਅਜਿਹੇ ਪ੍ਰਮਾਤਮਾ ਦੇ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਨੂੰ ਮੇਰਾ ਪ੍ਰਣਾਮ ਹੈ, ਜਿਹੜੇ ਆਪਣੀ ਸਿੱਖਿਆ ਦੇ ਨਾਲ ਭੁੱਲੇ ਭਟਕੇ ਹੋਏ ਜਿਹੜੇ ਲੋਕ ਨੇ ਉਹਨਾਂ ਨੂੰ ਸਿੱਧੇ ਰਾਹ ਤੇ ਪਾਉਂਦੇ ਹਨ। ਸੁਣੀਐ ਸ੍ਰੀ ਅੰਗਦ ਇਤਿਹਾਸਾ, ਵਿਦਾ ਹੋਏ ਗਮਣੇ ਸੁਖ ਰਾਸਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਸਥਾਨ ਤੋਂ ਵਿਦਾ ਹੋਏ ਨੇ ਤੇ ਭਾਈ ਬਾਲਾ ਜੀ ਕਹਿ ਰਹੇ ਨੇ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਅਗਲਾ ਜਿਹੜਾ ਇਤਿਹਾਸ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਹ ਤੁਸੀਂ ਸੁਣਨਾ ਕਰੋ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਸਥਾਨ ਤੋਂ ਅੱਗੇ ਗਏ ਹਨ। ਕੀਤ ਜਾਲ ਮੈਂ ਖੰਡ ਸੁਹਾਵਾ, ਤਹਾਂ ਪਹੁੰਚੇ ਦੁਖ ਬਨ ਦਾਵਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੁੱਖਾਂ ਨੂੰ ਸਾਰਨ ਵਾਲੇ, ਸੁੱਖਾਂ ਦੀ ਪ੍ਰਾਪਤੀ ਕਰਵਾਉਣ ਵਾਲੇ ਕਵੀ ਜੀ ਲਿਖਦੇ ਨੇ ਉੱਥੇ ਪਹੁੰਚੇ ਨੇ ਜਿੱਥੇ ਹੁਣ ਕੇਤਮਾਲ ਖੰਡ ਜਿਹੜਾ ਉਹ ਸੋਭਾ ਪਾ ਰਿਹਾ ਸੀ। ਭੂਪ ਪ੍ਰਜਾ ਤੇ ਕੇ ਨਰ ਸਾਰੇ, ਪੂਜੈ ਸ੍ਰੀ ਚੰਡੀ ਹਿਤ ਤਾਰੇ। ਕੇਤਮਾਲ ਖੰਡ ਦਾ ਇੱਕ ਰਾਜਾ ਸੀ, ਉਹ ਰਾਜਾ ਤੇ ਉਸ ਰਾਜੇ ਦੀ ਪ੍ਰਜਾ ਸਾਧ ਸੰਗਤ ਜੀ ਸਾਰੇ ਮਿਲ ਕਰਕੇ
ਇੱਕ ਚੰਡੀ ਭਾਵ ਕੇ ਇੱਕ ਮਾਤਾ ਦੀ ਪੂਜਾ ਕਰਿਆ ਕਰਦੇ ਸਨ। ਮੇਲਾ ਹੁਤੋ ਵਿਸ਼ਾਲ ਸੁਤੇਵਾ, ਪਵਨ ਕਾਲ ਕਾ ਰਾਜਤ ਜਿਹਵਾ। ਉਸ ਅਸਥਾਨ ਤੇ ਇੱਕ ਕਾਲਕਾ ਦਾ ਬਹੁਤ ਵੱਡਾ ਮੰਦਿਰ ਸਥਿਤ ਸੀ, ਜਿੱਥੇ ਜਾ ਕਰਕੇ ਲੋਕ ਪ੍ਰਣਾਮ ਕਰਦੇ ਸਨ। ਤੇ ਹਰ ਸਾਲ ਕਵੀ ਜੀ ਲਿਖਦੇ ਨੇ ਉੱਥੇ ਭਾਰੀ ਮੇਲਾ ਲੱਗਿਆ ਕਰਦਾ ਸੀ। ਬੈਸੇ ਸ਼੍ਰੀ ਗੁਰ ਮਾਰਗ ਮਾਹੀ, ਨਰ ਅਨੇਕ ਆਵੇ ਇੱਕ ਜਾਈ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਧ ਸੰਗਤ ਜੀ ਉਸ ਮਾਰਗ ਤੇ ਬੈਠ ਗਏ ਨੇ, ਜਿਸ ਮਾਰਗ ਤੇ ਲੋਕ ਉਸ ਮੰਦਿਰ ਦੇ ਵਿੱਚ ਪ੍ਰਵੇਸ਼ ਕਰਦੇ ਹਨ। ਲੈ ਲੈ ਬਲ ਪਛ ਪੇਟ ਚੜਾਵੇ, ਬਰ ਪਾਵਹਿ ਨਿਜ ਸੀਸ ਝੁਕਾਵੇ। ਤੇ ਉਹ ਸਾਰੇ ਜਿਹੜੇ ਲੋਕ ਨੇ, ਉਹਨਾਂ ਵੱਲ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਰਗ ਤੇ ਬੈਠ ਕੇ ਕੀ ਦੇਖ ਰਹੇ ਨੇ ਕਿ ਉਹ ਜਿਹੜਾ ਵੀ ਮੰਦਿਰ ਦੇ ਵਿੱਚ ਪ੍ਰਵੇਸ਼ ਕਰਦਾ ਸੀ, ਛੋਟੇ ਛੋਟੇ ਜਿਹੜੇ ਭੇਡਾਂ ਬੱਕਰੀਆਂ ਸਨ, ਉਹ ਸਾਧ ਸੰਗਤ ਜੀ ਬਲੀ ਵਜੋਂ ਮਾਤਾ ਦੇ ਅੱਗੇ ਭੇਟਾ ਕਰਦੇ ਸਨ ਤੇ ਆਪਣਾ ਸੀਸ ਝੁਕਾਉਂਦੇ ਸਨ ਮਾਤਾ ਦੀ ਗਾੜੀ। ਤੇ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਇਸ ਨਾਲ ਵੱਡੇ ਫਲ ਜਿਹੜੇ ਉਹ ਪ੍ਰਾਪਤ ਹੁੰਦੇ ਹਨ। ਜਬ ਹੈ ਨ੍ਰਿਪਤ ਲੈ ਆਇਓ ਟੋਲਾ, ਹਮ ਹੈ ਬਿਲੋਕਤ ਮੁਖ ਤੇ ਬੋਲਾ। ਹੁਣ ਉਥੋਂ ਦਾ ਰਾਜਾ ਹੈ ਜਿਹੜਾ ਕੇਤਮਾਲ ਖੰਡ ਦਾ, ਉਹ ਵੱਡਾ ਝੁੰਡ ਲੈ ਕੇ ਭਾਵ ਕੇ ਇੱਕ ਚੰਗਾ ਸੰਗ ਲੈ ਕੇ ਉਸ ਮਾਤਾ ਦੇ ਮੰਦਿਰ ਦੇ ਵਿੱਚ ਆਇਆ ਹੈ। ਤੇ ਭਾਈ ਬਾਲਾ ਜੀ ਦੱਸ ਰਹੇ ਨੇ ਕਿ ਉਹ ਰਾਜਾ ਜਿਹੜਾ ਹੈ ਉਹ ਮੈਨੂੰ ਤੇ ਭਾਈ ਮਰਦਾਨਾ ਜੀ ਨੂੰ ਵੇਖ ਕੇ ਬੋਲਿਆ ਹੈ, ਆਪਰਦੇਸ਼ ਕੇ ਮਨੁਜ ਦਿਸਾਵੇ, ਇੱਕ ਗਹਿਲੇ ਵੈ ਭੇਟ ਚੜਾਵੇ। ਤੇ ਉਹ ਮਨੁੱਖ ਕੀ ਕਹਿ ਰਹੇ ਨੇ ਕਿ ਇਹ ਜਿਹੜੇ ਮਨੁੱਖ ਰਸਤੇ ਦੇ ਵਿੱਚ ਬੈਠੇ ਨੇ, ਇਹ ਕਿਸੇ ਹੋਰ ਦੇਸ਼ ਦੇ ਦਿਖਾਈ ਦੇ ਰਹੇ ਨੇ, ਤੇ ਕਿਉਂ ਨਾ ਇਹਨਾਂ ਦੇ ਵਿੱਚੋਂ ਇੱਕ ਜਾਣੇ ਨੂੰ ਫੜ ਕੇ ਤੇ ਇਹਦੀ ਬਲੀ ਜਿਹੜੀ ਉਹ ਮਾਤਾ ਦੇ ਅੱਗੇ ਚੜਾ ਦਿੱਤੀ ਜਾਵੇ। ਸੁਣੀਐ ਸ੍ਰੀ ਅੰਗਦ ਕਹਿ ਬਾਲਾ, ਮੁਝ ਕੋ ਗਹਿਲੀ ਨੋ ਤੇ ਕਾਲਾ। ਹੁਣ ਬਾਲੇ ਨੇ ਕਿਹਾ ਏ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਸੁਣੋ, ਕਹਿੰਦੇ ਉਸ ਸਮੇਂ ਮੈਨੂੰ ਫੜ ਲਿਆ ਏ ਤੇ ਬਹੁਤ ਸਾਰੇ ਲੋਕ ਮੈਨੂੰ ਫੜ ਕੇ ਤੇ ਖੁਸ਼ ਹੋ ਰਹੇ ਹਨ। ਬਹੁ ਹਰ ਖਾਏ ਬਜਾਵੇ ਟੋਲੂ, ਮੁਝੇ ਚਲਾਇਓ ਅਕਰਜ ਟੋਲੂ। ਤੇ ਜਦੋਂ ਮੈਨੂੰ ਫੜਿਆ ਏ ਨਾ, ਤੇ ਇੰਨੀ ਖੁਸ਼ੀ ਹੈ ਕਿ ਮੈਨੂੰ ਫੜਦਿਆਂ ਸਾਰ ਉੱਚੀ ਉੱਚੀ ਢੋਲ ਵਜਾਉਣ ਲੱਗੇ ਨੇ। ਤੇ ਜਦੋਂ ਢੋਲ ਵਜਾਇਆ ਏ ਤੇ ਮੈਨੂੰ ਸੰਗ ਦੇ ਅੱਗੇ ਤੁਰਨ ਲਈ ਕਿਹਾ ਗਿਆ ਹੈ। ਕਹਿ ਕੇ ਭੇਟ ਭਲੀ ਹਮ ਪਾਈ, ਹੋਇ ਪ੍ਰਸੰਨ ਬਰ ਦੇ ਜਗ ਮਾਈ। ਉਹ ਲੋਕ ਇੰਨੇ ਖੁਸ਼ ਨੇ, ਮਨ ਦੇ ਵਿੱਚ ਇੰਨੀ ਖੁਸ਼ੀ ਹੈ। ਉਹ ਕਹਿ ਰਹੇ ਨੇ ਕਿ ਅਸੀਂ ਇੰਨੀ ਵਧੀਆ ਭੇਟਾ ਪ੍ਰਾਪਤ ਕਰ ਲਈ ਹੈ ਕਿ ਜਿਹਦੇ ਨਾਲ ਸਾਡੀ ਮਹਾਮਾਈ ਖੁਸ਼ ਹੋਵੇਗੀ, ਜਿਹਦੇ ਨਾਲ ਅਸੀਂ ਇਹ ਮੰਦਿਰ ਦੇ ਵਿੱਚ ਜਾ ਕਰਕੇ ਭੇਟਾ ਕਰਾਂਗੇ ਤੇ ਸਾਨੂੰ ਮਹਾਮਾਈ ਦੇ ਕੋਲੋਂ ਅਨੇਕਾਂ ਫਲ ਜਿਹੜੇ ਉਹ ਪ੍ਰਾਪਤ ਹੋਣਗੇ। ਤਿਸ ਛਿਨ ਆਇਓ ਢਿਗ ਮਰਦਾਨਾ, ਮੁਝ ਸੋ ਇਦ ਬਿਦ ਬਚਨ ਬਖਾਨਾ। ਹੁਣ ਕੀ ਹੋਇਆ, ਜਦੋਂ ਭਾਈ ਬਾਲਾ ਜੀ ਨੂੰ ਫੜ ਕੇ ਸੰਗ ਦੇ ਅੱਗੇ ਲਾਇਆ ਗਿਆ ਹੈ, ਉਸ ਸਮੇਂ ਭਾਈ ਮਰਦਾਨਾ ਜੀ ਉਹਨਾਂ ਦੇ ਕੋਲ ਆਏ ਨੇ ਤੇ ਸਾਧ ਸੰਗਤ ਜੀ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਹਨ,
बाले रहे जीवना तेरा, मृत्यु काल न तो को केरा। ते मरदाना जी कह लगे ने कि बालिया हुण तेरी जिंदगी मुक गई समझ, ते मन के तेनू जेड़ी मौत है उन्हें आ करके घेरा पाया हुआ है। सिर उतार का पीठ चढ़ावे, पूज गौर जाको बर पावे। ते हुण जेड़ा तेरा सिर है ਉਹ ਮਾਤਾ ਦੇ ਅੱਗੇ ਭੇਟਾ ਕਰਨਗੇ ਤੇ ਤੇਰਾ ਸਿਰ ਭੇਟਾ ਕਰਕੇ ਉਸ ਮਾਤਾ ਦੇ ਕੋਲੋਂ ਜਿਹੜੇ ਚੰਗੇ ਫਲ ਉਹ ਪ੍ਰਾਪਤ ਕਰਨਗੇ। ਮੈਂ ਬੋਲਿਓ ਤਾਂ ਝੂਠ ਉਚਾਰਾ, ਮਰਨ ਜੀਵਨ ਤਨ ਕੋ ਵਿਵਹਾਰਾ। ਹੁਣ ਭਾਈ ਬਾਲਾ ਜੀ ਨੇ ਮਰਦਾਨੇ ਨੂੰ ਆਖਿਆ ਹੈ ਕਿ ਮਰਦਾਨਿਆ ਇਹ ਜਿਹੜੀ ਤੂੰ ਗੱਲ ਕਰ ਰਿਹਾ ਏ ਇਹ ਝੂਠ ਹੈ। ਜਿਹੜਾ ਜੰਮਣ ਮਰਨਾ ਏ ਇਹ ਉਸ ਪਰਮਾਤਮਾ ਦੇ ਹੱਥ ਵਿੱਚ ਹੈ ਤੇ ਮੌਤ ਕਿਹਨੂੰ ਨਹੀਂ ਆਉਣੀ, ਮੌਤ ਸਾਰਿਆਂ ਤੇ ਆਉਣੀ ਹੈ। ਤੇ ਇੱਕ ਦਿਨ ਜਿਹੜੇ ਇਹ ਸੰਸਾਰੀ ਜੀਵ ਉਹਨਾਂ ਨੇ ਇਸ ਸੰਸਾਰ ਤੋਂ ਕੂਚ ਕਰ ਜਾਣਾ ਹੈ। ਪੰਜ ਤਤ ਮਿਲ ਸਿਰਜ ਸਰੀਰਾ, बेनस जात जब तब खीरा। ते ये शरीर जो पंजा तत्तां दा बनिया होया है, जिहदे विच पंज तत्त ने, जदों ये पंजे तत्त नष्ट हो जाते ने ते ये साडे शरीर दी होंद जिहड़ी वो मुक जाती है ते व्यक्ति जिहड़ा वो मौत दे अधीन हो जाता है। आत्म बिखै न जन्म न मरना, हरख न शोक न केते डरना। ते भाई मरदाना जी नूं समझा रहे ने कि मरदानिया जेड़ी शरीर दे अंदर आत्मा है ये ते ना जमदी है ते ना ये मरदी है। ये तां केवल ते केवल इहदे ते जेड़ी खुशी है जा जेड़ी गमी है वो कोई असर नहीं करती, ये तो एक बेअसर दी तरह है। मार न सके ताहे को सत चेतन नित आनंद जो। ते ये जेड़ी शरीर दे विच आत्मा है इनू कोई मार नहीं सकता। ये आत्मा हमेशा चेतन सदा प्रसन्नता भाव के खुशी खेड़े दे विच रहिंदी है। पावक दहन नीर डुबे हैं, कोट शस्त्र सो नहीं छिदे हैं। ते ना तो इस आत्मा नू अग साड़ सकती है, ना इस आत्मा नू पानी दे विच डोबिया जा सकता है। ते दुनिया दा कोई अजिहा शस्त्र नहीं जिहड़ा इस आत्मा ते वार कर सके। जीवन मरणा मन प्राणी, तन हंकार सोजे अज्ञानी। ते भाई बाला जी दस रहे ने कि जम्मण ते मरण दा चक्कर उही मनदा है जिहदे हिरदे दे विच अज्ञान होवेगा, जिहदे हिरदे दे विच भैड़ी मत भाव के हंकार दा वासा होवेगा। ते जिहड़े मनुख दे मन दे विच ज्ञान है वो परमात्मा दी रजा समझ के इस भाणे नूं मन के ते इस गल नूं प्रवान करदा। अंत समा तन आन लगत जब, कोई उपाय न राख सकत तब। ते भाई बाला जी कह रहे ने कि जदों शरीर दा अंतिम समा आउंदा है ना मरदानिया, ते उदों फिर मनुख दे शरीर उत्ते कोई भी उपराला जिहड़ा वो नहीं चल सकदा। जदों परमात्मा दी मर्जी हुंदी है उदों इस शरीर नूं कोई भी नहीं रख सकदा, पाप के कोई भी इस नूं बचा नहीं सकदा। जे न समामृत को अब होए,
रोम न छेद सकै कब कोई। ਤੇ ਜੇਕਰ ਮੌਤ ਦਾ ਸਮਾਂ ਮਨੁੱਖ ਤੇ ਨਾ ਹੋਵੇ ਤਾਂ ਮਨੁੱਖ ਨੂੰ ਕੋਈ ਵੀ ਜਿਹੜੀ ਦੁਨੀਆ ਦੀ ਤਾਕਤ ਹੈ ਉਹ ਮੌਤ ਦੇ ਘਾਟ ਨਹੀਂ ਉਤਾਰ ਸਕਦੀ। ਦੇਸ਼ ਕਾਲ ਪੁਨ ਬਸਤ ਬਹੌਰੀ तीनों होए जात एक ठोरी। ਹੁਣ ਭਾਈ ਬਾਲਾ ਜੀ ਦੱਸ ਰਹੇ ਨੇ ਕਿ ਤਿੰਨ ਵਸਤੂਆਂ ਨੇ। ਪਹਿਲੀ ਵਸਤੂ ਹੈ ਸਮਾਂ, ਦੂਸਰਾ ਹੈ ਸਥਾਨ ਤੇ ਤੀਸਰਾ ਹੈ ਸਰੀਰ। ਜਦੋਂ ਇਹ ਤਿੰਨੇ ਵਸਤੂਆਂ ਇੱਕ ਸਥਾਨ ਤੇ ਆ ਕਰਕੇ ਇਕੱਤਰ ਹੁੰਦੀਆਂ ਨੇ, ਜਦੋਂ ਇਹ ਤਿੰਨੇ ਵਸਤੂਆਂ ਇੱਕ ਥਾਂ ਤੇ ਆ ਜਾਣ ਤਦੋਂ ਇਹ ਸਰੀਰ ਦਾ ਕਹਿੰਦੇ ਮਰਨਾ ਜਿਹੜਾ ਉਹ ਨੀਅਤ ਹੈ। ਇਸ ਸਰੀਰ ਦੀ ਜਿਹੜੀ ਮੌਤ ਉਦੋਂ ਨੀਅਤ ਸਮਝੋ। ਤਬ ਇਹ ਦੇਹ ਬੇਨਸ ਕਰ ਜਾਏ ਕੋਈ ਨਾ ਕਿਸ ਕੋ ਰੱਖ ਸਕਾਈ। ਤਦੋਂ ਤੋਂ ਇਸ ਸਰੀਰ ਦਾ ਵਿਨਾਸ਼ ਹੋ ਜਾਂਦਾ ਹੈ ਤੇ ਉਸ ਵੇਲੇ ਇਸ ਦਾ ਕੋਈ ਵੀ ਬਚਾਓ ਜਿਹੜਾ ਹੈ ਉਹ ਨਹੀਂ ਕਰ ਸਕਦਾ। श्री गुर आप तहाँ चल आए पिखै तमाशो कछ न अलाए। ਹੁਣ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦੀ ਗੱਲਬਾਤ ਚੱਲ ਰਹੀ ਹੈ। ਅਚਾਨਕ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਉਸ ਸਥਾਨ ਤੇ ਆਏ ਨੇ ਜਿੱਥੇ ਭਾਈ ਬਾਲਾ ਜੀ ਨੂੰ ਬਲੀ ਦੇਣ ਲਈ ਖੜਿਆ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਸਥਾਨ ਤੇ ਕੁਝ ਸਮਾਂ ਖਲੋਤੇ ਨੇ, ਪਰ ਸਾਧ ਸੰਗਤ ਜੀ ਜਿਹੜੇ ਉਹ ਲੋਕਾਂ ਦੇ ਕੁਕਰਮ ਦੇਖ ਰਹੇ ਨੇ, ਉਹਨਾਂ ਕੁਕਰਮਾਂ ਨੂੰ ਦੇਖ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕੁਝ ਵੀ ਨਹੀਂ ਬੋਲੇ। ਜਬ ਗੇ ਦੁਰਗਾ ਕੀਰ ਅਗਾਰੀ ਮੁਝ ਸੰਗ ਦੇਵੀ ਪਵਨ ਬਿਆਨਾ। ਤੇ ਜਦੋਂ ਸਾਧ ਸੰਗਤ ਜੀ ਉਹ ਸਾਰਾ ਇਕੱਠ ਦੁਰਗਾ ਦੇ ਅੱਗੇ ਪਹੁੰਚਿਆ ਏ ਤੇ ਰਾਜੇ ਨੇ ਜਾ ਕਰਕੇ ਤੇ ਕਿਹਾ ਹੈ ਇਸ ਮਾਨਵ ਕੋ ਭੇਟ ਚੜੀ ਜੈ ਬਰਦਾਨੀ ਸੋ ਪ੍ਰਸੰਨ ਕਰੀ ਜੈ। ਤੇ ਕਹਿਣ ਲੱਗੇ ਨੇ ਕਿ ਇਹ ਜਿਹੜਾ ਮਨੁੱਖ ਹੈ ਇਹਦੀ ਬਲੀ ਤੁਸੀਂ ਦੇ ਦਵੋ ਤੇ ਜਿਹੜੀ ਮਾਂ ਮਾਈ ਹੈ ਉਹਨੂੰ ਤੁਸੀਂ ਪ੍ਰਸੰਨ ਕਰਨਾ ਕਰੋ। ਪੀਰ ਪੂਰ ਪੀ ਪਵਨ ਅਗਾਰੀ ਕੌਤਕ ਅਵਲੋਕਤ ਨਰ ਨਾਰੀ। ਉਸ ਮੰਦਰ ਦੇ ਅੱਗੇ ਸਾਧ ਸੰਗਤ ਜੀ ਬਹੁਤ ਜ਼ਿਆਦੀ ਭੀੜ ਸੀ ਤੇ ਸਾਰੀ ਜਿਹੜੀ ਭੀੜ ਜਿਹਦੇ ਵਿੱਚ ਆਦਮੀ ਵੀ ਸਨ ਔਰਤਾਂ ਵੀ ਸਨ, ਉਹ ਸਾਰੀਆਂ ਇਸ ਕੌਤਕ ਨੂੰ ਉਸ ਸਥਾਨ ਤੇ ਦੇਖ ਕੇ ਤੱਕ ਰਹੀਆਂ ਸਨ। ਉਹ ਕੌਤਕ ਕੀ ਸੀ ਉਹ ਸਾਧ ਸੰਗਤ ਜੀ ਆਪਾਂ ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ। ਇਤਿਹਾਸ ਦੀ ਵਾਰਤਾ ਆਪ ਸੰਗਤਾਂ ਦੇ ਨਾਲ ਸਾਂਝੀ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਣੀਆਂ ਸੁਭਾਵਿਕ ਨੇ, ਅਣਜਾਣ ਬੱਚੇ ਸਮਝ ਕੇ ਮੁਆਫ ਕਰ ਲੈਣਾ। ਇੱਕ ਸਾਧ ਸੰਗਤ ਦੀ ਜ਼ਰੂਰੀ ਬੇਨਤੀ ਹੈ ਕਿ ਆਪਣਾ ਜੋ ਪਾਣੀ ਜਿਹਨੂੰ ਜੀਵਨ ਸਮਝਿਆ ਗਿਆ ਹੈ, ਉਸ ਪਾਣੀ ਨੂੰ ਬਚਾਉਣ ਦੀ ਖਾਤਰ ਜੋ ਗਲੋਬਲ ਸਿਟੀ ਬਣੀ ਹੋਈ ਉਹਦੇ ਵਿੱਚ ਸਾਧ ਸੰਗਤ ਜੀ ਧਰਨਾ ਲੱਗਾ ਹੋਇਆ ਹੈ, ਜਿਹਦੇ ਵਿੱਚ ਵੱਖ-ਵੱਖ ਅਸਥਾਨਾਂ ਤੋਂ ਸੰਗਤਾਂ ਪਹੁੰਚੀਆਂ ਨੇ ਤੇ ਸੰਗਤਾਂ ਯੋਗਦਾਨ ਦੇ ਰਹੀਆਂ ਨੇ। ਤੇ ਸਾਧ ਸੰਗਤ ਜੀ ਵੇਖਣ ਦੇ ਵਿੱਚ ਆਇਆ ਹੈ ਕਿ ਜਿਸ ਅਸਥਾਨ ਤੇ ਧਰਨਾ ਲੱਗਾ ਹੋਇਆ ਹੈ ਉਸ ਅਸਥਾਨ ਦੇ ਲੋਕ ਉਸ ਧਰਨੇ ਦੇ ਵਿੱਚ ਪਹੁੰਚੇ ਨਹੀਂ। ਬੜੀ ਦੁੱਖ ਵਾਲੀ ਗੱਲ ਹੈ ਸਾਧ ਸੰਗਤ ਜੀ। ਪਾਣੀ ਕਿਸੇ ਇੱਕ ਜੀਵ ਨੇ ਨਹੀਂ ਵਰਤਣਾ, ਪਾਣੀ ਸਾਰਾ ਸੰਸਾਰ ਵਰਤ ਰਿਹਾ ਹੈ ਤੇ ਸਾਰਾ ਜਿਹੜਾ ਜਗਤ ਹੈ ਉਹਨੂੰ ਪਾਣੀ ਦੀ ਲੋੜ ਵੀ ਹੈ। ਤੇ ਸਾਧ ਸੰਗਤ ਜੀ ਜੇਕਰ ਆਪਾਂ ਪਾਣੀ ਨੂੰ ਬਚਾਉਣਾ ਚਾਹੁੰਦੇ ਆ ਨਾ ਤੇ ਯਤਨ ਕਰੀਏ ਕਿ ਹਰੇਕ ਪਰਿਵਾਰ ਦੇ ਵਿੱਚੋਂ ਇੱਕ ਜੀ ਉਸ ਸਥਾਨ ਤੇ ਪਹੁੰਚ ਕੇ ਉਸ ਧਰਨੇ ਦੇ ਵਿੱਚ ਜਾ ਕਰਕੇ ਆਪਣਾ ਜਿਹੜਾ ਯੋਗਦਾਨ ਉਹ ਪਾ ਸਕੀਏ।
ਤਾਂ ਜੋ ਇਹ ਪਾਣੀ ਹੈ ਸਾਧ ਸੰਗਤ ਜੀ ਇਹਦਾ ਬਚਾਓ ਹੋ ਸਕੇ ਤੇ ਸਾਡਾ ਜਿਹੜਾ ਆਉਣ ਵਾਲਾ ਜਨ ਜੀਵਨ ਹੈ ਜਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਸੁੱਖ ਪਾ ਸਕਣ। ਤੇ ਸਾਧ ਸੰਗਤ ਜੀ ਇਹ ਕਿਸੇ ਇੱਕ ਵਿਅਕਤੀ ਦਾ ਉਪਰਾਲਾ ਨਹੀਂ, ਇਹ ਕੋਈ ਇੱਕ ਵਿਅਕਤੀ ਨਹੀਂ ਇਸ 'ਚ ਸਾਥ ਦੇ ਸਕਦਾ। ਇਹ ਸੰਭਵ ਤਾਂ ਹੀ ਹੋਵੇਗਾ ਜੇਕਰ ਸਾਰੇ ਵਿਅਕਤੀ ਆਪਾਂ ਇਕੱਤਰ ਹੋ ਕੇ ਉੱਥੇ ਜਾ ਕਰਕੇ ਉਹਨਾਂ ਸੰਗਤਾਂ ਦਾ ਸਾਥ ਦੇਵਾਂਗੇ। ਤੇ ਸਾਧ ਸੰਗਤ ਜੀ ਮੇਰੀ ਇਸ ਬੇਨਤੀ ਨੂੰ ਪ੍ਰਵਾਨ ਕਰਨਾ, ਜੇਕਰ ਆਪਾਂ ਪਾਣੀ ਨੂੰ ਬਚਾਉਣਾ ਚਾਹੁੰਦੇ ਹਾਂ, ਜੇਕਰ ਆਪਾਂ ਆਉਣ ਵਾਲੇ ਭਵਿੱਖ ਦੇ ਵਿੱਚ ਚੰਗਾ ਪਾਣੀ ਵਰਤਣਾ ਚਾਹੁੰਦੇ ਹਾਂ, ਤਾਂ ਮੇਰੀ ਇਸ ਬੇਨਤੀ ਨੂੰ ਪ੍ਰਵਾਨ ਕਰਿਓ ਤੇ ਉਹ ਗਲੋਬਲ ਸਿਟੀ ਦੇ ਵਿੱਚ ਜੋ ਧਰਨਾ ਲੱਗਾ ਹੋਇਆ ਹੈ ਨਾ, ਹਰੇਕ ਪਰਿਵਾਰ ਦਾ ਇੱਕ ਮੈਂਬਰ ਉਸ ਧਰਨੇ ਦੇ ਵਿੱਚ ਜਾ ਕੇ ਸ਼ਮੂਲੀਅਤ ਕਰਿਓ, ਤਾਂ ਜੋ ਆਉਣ ਵਾਲਾ ਹਰੇਕ ਮਨੁੱਖ ਇਹ ਕਹਿ ਸਕੇ ਕਿ ਸਾਡੇ ਪਰਿਵਾਰ ਦਾ ਮਨੁੱਖ ਸੀ ਜਿਹੜਾ ਉਹਨੇ ਵੀ ਉਸ ਧਰਨੇ ਦੇ ਵਿੱਚ ਯੋਗਦਾਨ ਪਾਇਆ ਸੀ। ਸਾਧ ਸੰਗਤ ਜੀ ਯਤਨ ਕਰੀਏ, ਉਸ ਅਸਥਾਨ ਤੇ ਜਾਣਾ ਕਰੀਏ। ਤੇ ਸਾਧ ਸੰਗਤ ਜੀ ਬੜਾ ਦੁੱਖ ਹੋਇਆ ਜਦੋਂ ਉੱਥੇ ਜਾ ਕੇ ਦੱਸਿਆ ਹੈ ਕਿ ਵੱਲੇ ਦੇ ਬਹੁਤ ਥੋੜੇ ਲੋਕ ਉਸ ਧਰਨੇ ਦੇ ਵਿੱਚ ਪਹੁੰਚੇ ਨੇ। ਬਾਹਰੋਂ ਸਾਧ ਸੰਗਤ ਜੀ ਦੇਖਿਆ ਕਿ ਟਰਾਲੀਆਂ ਭਰ ਕੇ ਆਈਆਂ ਨੇ, ਪਰ ਜਿਹੜੇ ਅਸਥਾਨ ਤੇ ਧਰਨਾ ਲੱਗਾ ਹੋਇਆ ਉੱਥੋਂ ਦੇ ਬਹੁਤ ਨਾ ਮਾਤਰ ਜੀਵ ਉਸ ਅਸਥਾਨ ਤੇ ਪਹੁੰਚੇ। ਮੇਰੀ ਇਸ ਬੇਨਤੀ ਨੂੰ ਪ੍ਰਵਾਨ ਕਰਿਓ। ਸਾਧ ਸੰਗਤ ਜੀ ਬੋਲਦਿਆਂ ਚਾਲਦਿਆਂ ਹੋਈਆਂ ਭੁੱਲਾਂ ਗਲਤੀਆਂ ਮੁਆਫ ਕਰਨੀਆਂ। ਆਓ ਇੱਕ ਬਚਨ ਉਚਾਰੀਏ। ਆਏ ਪ੍ਰਭ ਸਰਨਾਗਤੀ, ਆਏ ਪ੍ਰਭ ਸਰਨਾਗਤੀ। आए प्रभ शरणागति, आए प्रभ शरणागति। कृपा निध दयाल, कृपा निध दयाल। कृपा निध दयाल, कृपा निध दयाल। आए प्रभ शरणागति, आए प्रभ शरणागति। एक अखर हर मन बसत, एक अखर हर मन बसत। नानक होत निहाल, नानक होत निहाल। नानक होत निहाल, नानक होत निहाल। आए प्रभ शरणागति, आए प्रभ शरणागति। शरणागति, आए प्रभ शरणागति। वाहिगुरु जी का खालसा, वाहिगुरु जी की फतेह।